students, in this lesson today we shall study about the management strategies। मतलब जे क्लास ਦੇ ਵਿੱਚ ਟੀਚਰ ਨੇ ਆਪਣੀ ਕਲਾਸ ਨੂੰ ਮੈਨੇਜ ਕਰਨਾ ਹੋਵੇ ਤਾਂ ਉਹ ਕਿਹੜੀਆਂ ਢੰਗ ਜਾਂ ਵਿਧੀਆਂ ਨੂੰ ਅਪਣਾ ਸਕਦਾ ਹੈ, ਕਿਹੜੀਆਂ ਅਪਰੋਚਸ ਉਸਦੀਆਂ ਹੋ ਸਕਦੀਆਂ ਨੇ। So when we talk of strategies, the first there are three kinds of strategies। CM ਚਾਰਲਸ ਨੇ ਜਿਹੜੀਆਂ ਕਲਾਸਰੂਮ ਮੈਨੇਜਮੈਂਟ ਦੀਆਂ ਸਟ੍ਰੈਟਜੀਜ਼ ਆ ਉਹਨਾਂ ਨੂੰ ਤਿੰਨ ਤਰ੍ਹਾਂ ਕਲਾਸੀਫਾਈ ਕੀਤਾ ਹੈ। ਫਰਸਟ ਇਜ਼ ਪ੍ਰੀਵੈਂਟਿਵ, ਜਿਹਦੇ ਵਿੱਚ ਉਹ ਕੀ ਕਹਿੰਦੇ ਕਿ ਬੇਸਿਕਲੀ ਤੁਸੀਂ ਕੀ ਕੋਸ਼ਿਸ਼ ਕਰ ਰਹੇ ਹੋ, ਯੂ ਆਰ ਟਰਾਈਂਗ ਟੂ ਪ੍ਰੀਵੈਂਟ ਦੀ ਇਵੈਂਟ। ਸੋ ਬੇਸਿਕਲੀ ਇਹਦੇ ਵਿੱਚ ਕੀ ਕਿ ਇਫ ਵੀ ਹੈਵ ਦਿਸ ਟੀਚਰ ਰਾਈਟ, ਜੇ ਟੀਚਰ ਪ੍ਰੀਵੈਂਟਿਵ ਟੀਚਿੰਗ ਸਟ੍ਰੈਟਜੀਜ਼ ਜਾਂ ਪ੍ਰੀਵੈਂਟਿਵ ਮੈਨੇਜਮੈਂਟ ਸਟ੍ਰੈਟਜੀਜ਼ ਅਪਣਾ ਰਿਹਾ ਤਾਂ ਇਹ ਕੀ ਕਰਦਾ, ਇਹ ਆਪਣੀ ਕਲਾਸਰੂਮ ਦੀ ਸਿਚੁਏਸ਼ਨ ਇੰਨੀ ਵਧੀਆ ਤਰ੍ਹਾਂ ਕ੍ਰੀਏਟ ਕਰਕੇ ਰੱਖਦਾ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਮਿਸਬਿਹੇਵੀਅਰ ਹੋਵੇ ਹੀ ਨਾ, ਰਾਈਟ। ਸੋ ਜਿਵੇਂ ਜਿਹੜੇ ਵੀ ਕੰਡੀਸ਼ਨਸ ਹੈ ਬੇਸਿਕਲੀ ਜਿਹੜੇ ਉਹ ਹਾਲਾਤ ਨੇ ਜੋ ਕਲਾਸ ਵਿੱਚ ਮਿਸਬਿਹੇਵੀਅਰ ਦੇ ਕਾਰਨ ਬਣਦੇ ਨੇ, ਉਹਨਾਂ ਕੰਡੀਸ਼ਨਸ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਆਪਣੀ ਕਲਾਸ ਵਿੱਚ ਹੋਣ ਹੀ ਨਹੀਂ ਦਿੰਦਾ। ਜਿਵੇਂ ਆਪਾਂ ਸਪੋਜ਼ ਕਰੀਏ ਵੀ ਟੀਚਰ ਜੋ ਟਾਈਮ ਸਿਰ ਕਲਾਸ ਵਿੱਚ ਆਵੇ, ਪ੍ਰੋਪਰਲੀ ਪਲੈਨਿੰਗ ਨਾਲ ਆਵੇ, ਉਹਦਾ ਸਿਟਿੰਗ ਅਰੇਂਜਮੈਂਟ ਉਹਨੇ ਪਹਿਲਾਂ ਹੀ ਠੀਕ ਤਰ੍ਹਾਂ ਰੱਖਿਆ ਹੋਵੇ, ਇਸ ਚੀਜ਼ ਨੂੰ ਇਨਸ਼ੋਰ ਕਰਦਾ ਹੋਵੇ ਕਿ ਹਰ ਬੱਚਾ ਉਹਦੀ ਕਲਾਸ ਵਿੱਚ ਉਹਦੀ ਗੱਲ ਸੁਣ ਰਿਹਾ, ਤਾਂ ਓਬਵੀਅਸਲੀ ਉਹਦੇ ਨਾਲ ਉਹਦੀ ਕਲਾਸ ਵਿੱਚ ਜਿਹੜਾ ਅਨਡਿਜ਼ਾਇਰੇਬਲ ਬਿਹੇਵੀਅਰ ਹੈ ਉਹ ਘੱਟ ਜਾਂਦਾ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਸਨੇ ਬੱਚੇ ਦੀ ਗਲਤੀ ਕਰਨ ਤੋਂ ਪਹਿਲਾਂ ਹੀ ਆਪਣੀ ਕਲਾਸ ਵਿੱਚ ਇਹੋ ਜਿਹੇ ਹਾਲਾਤ ਕ੍ਰੀਏਟ ਕਰਨੇ ਨੇ ਕਿ ਉਹ ਮੇਰੀ ਕਲਾਸ 'ਚ ਗਲਤੀ ਹੋਵੇ ਹੀ ਨਾ, ਰਾਈਟ। ਜਿਵੇਂ ਆਪਾਂ ਨੋਰਮਲੀ ਕਹਿੰਦੇ ਹੁੰਦੇ ਵੀ ਕਈ ਵਾਰ ਬਹੁਤ ਲੋਕ ਹੈ ਜੋ ਸਰਦੀਆਂ ਸ਼ੁਰੂ ਹੁੰਦੇ ਹੀ ਚਮਨ ਪ੍ਰਾਸ਼ ਖਾ ਲੈਂਦੇ ਨੇ ਵੀ ਤਾਂ ਜੋ ਸਾਨੂੰ ਕੋਈ ਪ੍ਰੋਬਲਮ ਨਾ ਆਵੇ, ਰਾਈਟ। ਉਹ ਕੀ ਹੁੰਦੀ ਹੈ, ਪ੍ਰੀਵੈਂਸ਼ਨ ਹੁੰਦੀ ਹੈ ਵੀ ਬਿਮਾਰੀ ਹੋਣ ਤੱਕ ਦੀ ਵੇਟ ਨਹੀਂ ਕੀਤੀ, ਉਸ ਤੋਂ ਪਹਿਲਾਂ ਹੀ ਆਪਣਾ ਰਹਿਣ ਸਹਿਣ ਇਸ ਤਰ੍ਹਾਂ ਦਾ ਰੱਖਿਆ ਕਿ ਸਾਨੂੰ ਬਿਮਾਰੀ ਹੋਵੇ ਹੀ ਨਾ, ਰਾਈਟ। ਦੂਸਰੀਆਂ ਟੀਚਿੰਗ ਸਟ੍ਰੈਟਜੀਜ਼ ਹੈ ਸਪੋਰਟਿਵ। ਸਪੋਰਟਿਵ ਦਾ ਮਤਲਬ ਹੁੰਦਾ ਹੈਲਪ ਕਰਨਾ, ਰਾਈਟ। ਇਹਦੇ ਵਿੱਚ ਕੀ ਕਿ ਜਦੋਂ ਟੀਚਰ ਨੂੰ ਅਹਿਸਾਸ ਹੁੰਦਾ ਹੈ ਕਿ ਜਿਹੜੇ ਉਹਦੇ ਬੱਚੇ ਹੈ ਉਹ ਆਪਣੇ ਕੰਮ ਤੋਂ ਹਟਣ ਦੀ ਕੋਸ਼ਿਸ਼ ਕਰ ਰਹੇ ਹੈ, ਉਦੋਂ ਹੀ ਉਹ ਆਪਣੀ ਕਲਾਸ ਦੀਆਂ ਸਟ੍ਰੈਟਜੀਜ਼ ਨੂੰ ਬਦਲ ਲੈਂਦਾ ਹੈ ਤਾਂ ਜੋ ਦੁਬਾਰਾ ਤੋਂ ਬੱਚੇ ਦੀ ਲਰਨਿੰਗ ਨੂੰ ਉਹ ਸਪੋਰਟ ਕਰਨਾ ਸ਼ੁਰੂ ਕਰ ਦੇ। ਜਿਵੇਂ ਫੋਰ ਐਗਜ਼ਾਮਪਲ ਜੇ ਮੇਰੀ ਕਲਾਸ ਹੈ 9 o'clock ਸ਼ੁਰੂ ਹੁੰਦੀ ਹੈ, ਰਾਈਟ, ਐਂਡ 10 o'clock ਤੱਕ ਚੱਲਦੀ ਹੈ, ਮੈਂ ਦੇਖਦੀ ਹਾਂ ਕਿ 9:30 ਤੇ ਰਾਈਟ 9:30 ਜਦੋਂ ਮੇਰੀ ਕਲਾਸ ਹੁੰਦੇ ਨੇ ਤਾਂ ਮੇਰੀ ਕਲਾਸ ਕੁਝ ਬੱਚੇ ਮਾੜਾ ਹਿੱਲਣ ਲੱਗ ਜਾਂਦੇ ਨੇ। ਸੋ ਉਹਦੇ 'ਚ ਕੀ ਕਿ ਉਹ ਰੈਸਟਲੈਸਨੈਸ ਹੋਣ ਲੱਗ ਗਈ, ਐਂਡ ਉਸ ਰੈਸਟਲੈਸਨੈਸ ਤੋਂ ਤੁਹਾਨੂੰ ਇਹ ਪਤਾ ਲੱਗਣ ਲੱਗ ਜਾਂਦਾ ਕਿ ਹੁਣ ਇਹ ਵਿਚਾਰੇ ਥੱਕ ਗਏ। ਸੋ ਵਾਟ ਯੂ ਡੂ ਇਜ਼ ਯੂ ਡੂ ਸਮਥਿੰਗ ਡਿਫਰੈਂਟ। ਤੁਸੀਂ ਕੋਈ ਰੋਲ ਪਲੇ ਕਰ ਲੈਂਦੇ ਹੋ ਜਾਂ ਤੁਸੀਂ ਕੋਈ ਕੁਐਸਚਨ ਆਨਸਰਸ ਕਰ ਲੈਂਦੇ ਹੋ, ਜਾਂ ਆਪਾਂ ਕੁਝ ਦੇਰ ਲਈ ਆਪਣੇ ਲੈਸਨ ਨੂੰ ਪੌਜ਼ ਦੇ ਦਿੰਦੇ ਹਾਂ, ਕੁਝ ਦੇਰ ਲਈ ਕਿ ਆਪਾਂ ਬੱਚਿਆਂ ਨੂੰ ਇਹ ਕਹਿ ਦਿੰਦੇ ਹਾਂ ਜਿਵੇਂ ਪਾਣੀ ਪੀਓ ਜੇ ਕਿਸੇ ਨੇ ਪਾਣੀ ਪੀਣਾ। ਸੋ ਉਸ ਨੂੰ ਆਪਾਂ ਕਹਿੰਦੇ ਸਪੋਰਟਿਵ ਟੀਚਿੰਗ ਸਟ੍ਰੈਟਜੀਜ਼, ਜਿਹਦੇ ਵਿੱਚ ਜਦੋਂ ਹੁਣ ਪ੍ਰੀਵੈਂਟਿਵ ਵਿੱਚ ਕੀ ਸੀ, ਟੀਚਰ ਨੇ ਪਹਿਲਾਂ ਹੀ ਹਾਲਾਤ ਇੰਨੇ ਵਧੀਆ ਰੱਖੇ ਸੀ ਕਿ ਪ੍ਰੋਬਲਮ ਹੋਵੇ ਨਾ। ਸਪੋਰਟਿਵ ਵਿੱਚ ਕੀ ਹੈ ਕਿ ਜਦੋਂ ਟੀਚਰ ਨੂੰ ਮਾੜੇ ਸਿੰਪਟਮਸ ਦਿਖਣ ਲੱਗਦੇ ਨੇ ਉਦੋਂ ਹੀ ਉਸ ਦਾ ਇਲਾਜ ਕਰ ਦਿੱਤਾ ਜਾਂਦਾ। ਜਿਵੇਂ ਸਪੋਜ਼ ਆਪਾਂ ਕਹੀਏ ਕਿ ਜੇ ਮੈਨੂੰ ਸਰਦੀਆਂ ਦੇ ਵਿੱਚ ਹਲਕਾ ਜਿਹਾ ਲੱਗਿਆ, ਇੱਕ ਦੋ ਵਾਰ ਛਿੱਕਾਂ ਆਈਆਂ, ਮੰਮੀ ਦਵਾਈ ਦੇ ਦਿੰਦੇ ਨੇ। ਸੋ ਦੈਟ ਇਜ਼ ਸਪੋਰਟਿਵ, ਤਾਂ ਜੋ ਜੇ ਕੋਈ ਕਮੀ ਬਾਈ ਚਾਂਸ ਹੋ ਵੀ ਗਈ ਹੈ ਉਹਨੂੰ ਆਪਾਂ ਦੂਰ ਕਰ ਦਈਏ। ਐਂਡ ਲਾਸਟ ਹੈ ਕਰੈਕਟਿਵ। ਕਰੈਕਟਿਵ ਕੀ ਹੁੰਦਾ ਕਿ ਜਦੋਂ ਬਿਹੇਵੀਅਰ ਹੋ ਜੇ, ਕਲਾਸ ਵਿੱਚ ਸ਼ਰਾਰਤ ਕਰਤੀ ਹੈ ਬੱਚੇ ਨੇ, ਉਸ ਤੋਂ ਬਾਅਦ ਟੀਚਰ ਉਹਨਾਂ ਨੂੰ ਡਿਸਿਪਲਿਨ ਕਰਨ ਦੀ ਕੋਸ਼ਿਸ਼ ਕਰਦਾ। ਸੋ ਕਰੈਕਟਿਵ ਮੈਜਰ ਕੀ ਹੁੰਦਾ ਕਿ ਜਦੋਂ ਆਪਾਂ ਨੂੰ ਬਿਮਾਰੀ ਹੋ ਗਈ ਹੁਣ ਆਪਾਂ ਉਸ ਦਾ ਇਲਾਜ ਕਰ ਰਹੇ ਹਾਂ, ਰਾਈਟ। ਸੋ ਦੇਰ ਆਰ 3 kinds of ਸਟ੍ਰੈਟਜੀਜ਼ ਜਿਸ ਦੇ ਨਾਲ ਅਸੀਂ ਕਲਾਸਰੂਮ ਦਾ ਜਿਹੜਾ ਬਿਹੇਵੀਅਰ ਹੈ ਮੈਨੇਜ ਕਰ ਸਕਦੇ। ਫਰਸਟ ਇਜ਼ ਪ੍ਰੀਵੈਂਟਿਵ, ਜਿਸ ਦੇ ਵਿੱਚ ਅਸੀਂ ਆਪਣੀ ਕਲਾਸ ਦੇ ਹਾਲਾਤ ਇਸ ਤਰ੍ਹਾਂ ਦੇ ਬਣਾਉਂਦੇ ਹਾਂ ਵੀ ਤਾਂ ਜੋ ਸਾਨੂੰ ਜਿਹੜਾ ਕਲਾਸ ਦੇ ਵਿੱਚ ਸਾਡੇ ਕੋਈ ਪ੍ਰੋਬਲਮ ਹੋਵੇ ਹੀ ਨਾ। ਸਪੋਰਟਿਵ ਕੀ ਹੁੰਦੀ ਹੈ, ਜਿਸ ਵਿੱਚ ਟੀਚਰ ਆਪਣੇ ਸਿੰਪਟਮਸ ਹੈ ਜਿਹੜੇ ਉਸਨੂੰ ਆਈਡੈਂਟੀਫਾਈ ਕਰ ਲੈਂਦੇ। ਜਦੋਂ ਬੱਚੇ ਮਾੜਾ ਸ਼ੁਰੂ ਹੀ ਕਰਦੇ ਨੇ ਹਲੇ ਮਿਸਬਿਹੇਵੀਅਰ ਜਾਂ ਮਿਸਬਿਹੇਵੀਅਰ ਕਰਨ ਤੋਂ ਪਹਿਲਾਂ ਜਿਹੜੇ ਉਹ ਸਾਈਨਸ ਦਿੰਦੇ ਨੇ, ਉਹਨਾਂ ਸਾਈਨਸ ਨੂੰ ਪਹਿਚਾਨ ਕੇ ਟੀਚਰ ਅਕੋਰਡਿੰਗਲੀ ਆਪਣੀ ਕਲਾਸ ਦੇ ਵਿੱਚ ਮੈਨੇਜਮੈਂਟ ਸਟ੍ਰੈਟਜੀ ਨੂੰ ਅਪਣਾਉਂਦਾ ਹੈ। ਐਂਡ ਕਰੈਕਟਿਵ ਵਿੱਚ ਕੀ ਹੁੰਦਾ, ਲਾਸਟ ਕਰੈਕਟਿਵ ਹੈ ਕਿ ਜਦੋਂ ਬਿਹੇਵੀਅਰ ਅਨਡਿਜ਼ਾਇਰੇਬਲ ਹੋ ਹੀ ਗਿਆ ਕਲਾਸਰੂਮ ਵਿੱਚ, ਉਸ ਤੋਂ ਬਾਅਦ ਟੀਚਰ ਬੱਚਿਆਂ ਨੂੰ ਡਿਸਿਪਲਿਨ ਕਰਦਾ ਹੈ। ਸੋ ਫਸਟ ਆਫ ਆਲ ਵੀ ਵਿਲ ਡੂ ਪ੍ਰੀਵੈਂਟਿਵ ਸਟ੍ਰੈਟਜੀ। ਸੋ ਆਬਜੈਕਟਿਵ ਕੀ ਹੋਇਆ ਪ੍ਰੀਵੈਂਟਿਵ ਸਟ੍ਰੈਟਜੀਜ਼ ਦਾ, ਐਪਰੋਪਰੀਏਟ ਐਂਡ ਸਕਸੈਸਫੁਲ ਕਲਾਸਰੂਮ ਕ੍ਰੀਏਟ ਕਰਨਾ ਫॉर ਆਲ ਸਟੂਡੈਂਟਸ। ਹਰ ਬੱਚੇ ਲਈ ਜਿਹੜਾ ਕਲਾਸ ਦਾ ਲੈਸਨ ਹੈ ਜੇ ਉਸ ਦੀ ਲੋੜ ਅਨੁਸਾਰ ਹੋਏਗਾ ਅਤੇ ਹਰ ਬੱਚੇ ਨੂੰ ਤੁਸੀਂ ਕਲਾਸ ਦੀ ਲੈਸਨ ਦੇ ਵਿੱਚ ਇਨਵੋਲਵ ਕਰ ਰਹੇ ਹੋ ਤਾਂ ਚਾਂਸਿਸ ਹੈ ਕਿ ਤੁਹਾਡੀ ਕਲਾਸ ਵਿੱਚ ਮਿਸਮੈਨੇਜਮੈਂਟ ਨਹੀਂ ਹੋਊਗੀ। ਸੋ ਇਹਦਾ ਉਦੇਸ਼ ਹੈ ਕਿ ਕਲਾਸ ਇੱਕ ਇਹੋ ਜਿਹੀ ਜਗ੍ਹਾ ਹੋਣੀ ਚਾਹੀਦੀ ਜਿੱਥੇ ਹਰ ਬੱਚਾ ਕੰਫਰਟੇਬਲ ਮਹਿਸੂਸ ਕਰੇ ਐਂਡ ਜਿੱਥੇ ਹਰ ਬੱਚੇ ਨੂੰ ਆਪਣੇ ਬਿਹੇਵੀਅਰ ਦਾ ਕੰਟਰੋਲ ਹੋਵੇ। ਸੋ ਸਟੂਡੈਂਟ ਖੁਦ ਹੀ ਆਪਣੇ ਬਿਹੇਵੀਅਰ ਨੂੰ ਕੰਟਰੋਲ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਕੋਈ ਸ਼ਰਾਰਤ ਕਰਾਂਗੇ ਤਾਂ ਅਸੀਂ ਬਹੁਤ ਇੰਪੋਰਟੈਂਟ ਟੌਪਿਕ ਨੂੰ ਮਿਸ ਕਰ ਦਾਂਗੇ ਜਾਂ ਕਲਾਸ ਦੀ ਪਾਰਟੀਸਪੇਸ਼ਨ ਨੂੰ ਮਿਸ ਕਰ ਦਾਂਗੇ ਅਤੇ ਆਪਣੀ ਲਾਈਫ ਵਿੱਚ ਉਹ ਇਸ ਤਰ੍ਹਾਂ ਦੇ ਮੌਕੇ ਨਹੀਂ ਚਾਹੁੰਦੇ। ਸੋ ਦੈਨ ਦੈਟ ਇਜ਼ ਕਾਲਡ ਪ੍ਰੀਵੈਂਟਿਵ ਸਟ੍ਰੈਟਜੀ। ਐਜੂਕੇਟਰਸ ਮਸਟ ਆਲਵੇਜ਼ ਆਫਰ ਇਨਕਰੇਜਮੈਂਟ। ਰੈਗੂਲਰ ਟਾਈਮ 'ਤੇ ਜਦ ਤੁਸੀਂ ਉਹਨਾਂ ਨੂੰ ਇਨਕਰੇਜ ਕਰਦੇ ਰਹਿੰਦੇ ਹੋ ਉਸ ਨਾਲ ਜਿਹੜਾ ਤੁਹਾਡਾ ਕਲਾਸਰੂਮ ਇਨਵਾਇਰਮੈਂਟ ਉਹ ਵਧੀਆ ਬਣ ਜਾਂਦਾ ਹੈ। ਇਸ ਨਾਲ ਕੀ ਹੁੰਦਾ ਕਿ ਬੱਚੇ ਆਪਣੇ ਐਫਰਟ ਨੂੰ ਕੰਟੀਨਿਊ ਰੱਖਦੇ ਨੇ ਅਤੇ ਉਸ ਐਫਰਟ 'ਤੇ ਜ਼ਿਆਦਾ ਕੰਸਨਟਰੇਟ ਕਰਦੇ ਨੇ, ਅਚੀਵਮੈਂਟ 'ਤੇ ਕੰਸਨਟਰੇਟ ਨਹੀਂ ਕਰਦੇ। ਇਸ ਨਾਲ ਬੱਚਿਆਂ ਨੂੰ ਤੁਸੀਂ ਪੋਜ਼ੀਟਿਵ ਫੀਡਬੈਕ ਦਿੰਦੇ ਹੋ, ਪਰ ਜੇ ਉਹ ਸਪੋਜ਼ ਉਹਨਾਂ ਦਾ ਕੰਮ
ਸਕਸੈਸਫੁਲ ਨਹੀਂ ਹੋਇਆ, ਸਟਿਲ ਦੇ ਆਰ ਨਾਟ ਡਿਸਕਰੇਜਡ, ਉਹ ਫੇਲੀਅਰ ਨੂੰ ਨੈਗੇਟਿਵਲੀ ਨਹੀਂ ਮੰਨਦੇ। ਸੋ ਹਰ ਟੀਚਰ ਨੂੰ ਇਸ ਤਰ੍ਹਾਂ ਦੀ ਕਲਾਸਿਸ ਦੇ ਵਿੱਚ ਐਂ ਲੱਗਦਾ ਕਿ ਜਿਵੇਂ ਉਹਨਾਂ ਦੇ ਬੱਚੇ ਉਹਦੇ ਲਈ ਕੀ ਨੇ, ਐਸੈਟ ਨੇ, ਹਰ ਬੱਚਾ ਇੰਪੋਰਟੈਂਟ ਹੈ ਐਂਡ ਹਰ ਬੱਚੇ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਉਹ ਸਕਾਰਾਤਮਕ ਬਿਹੇਵੀਅਰ ਹੀ ਦਿਖਾਵੇ, ਵਧੀਆ ਬਿਹੇਵੀਅਰ ਦਿਖਾਵੇ, ਜਿਵੇਂ ਕਿ ਹਰ ਇੱਕ ਦੂਜੇ ਨਾਲ ਕੋਆਪਰੇਟ ਕਰਨਾ, ਲੋਇਲਟੀ ਦਿਖਾਉਣਾ, ਵਫਾਦਾਰੀ ਦਿਖਾਉਣਾ, ਪਰਸਿਸਟੈਂਸ ਦਿਖਾਉਣਾ, ਜਿਸ ਕੰਮ ਨੂੰ ਸ਼ੁਰੂ ਕੀਤਾ ਉਸਨੂੰ ਐਂਡ ਤੱਕ ਕੰਟੀਨਿਊ ਕਰਨਾ। ਸੋ ਆਪਾਂ ਕਿਹੜੀਆਂ ਚੀਜ਼ਾਂ ਕੰਸੀਡਰ ਕਰ ਸਕਦੇ ਹਾਂ ਜੇ ਆਪਾਂ ਪ੍ਰੀਵੈਂਟਿਵ ਡਿਸਿਪਲਿਨ ਕਰਨਾ ਹੈ। ਸਭ ਤੋਂ ਪਹਿਲਾਂ ਆਪਣੇ ਟੌਪਿਕ ਨੂੰ ਜਾਂ ਆਪਣੀ ਯੂਨਿਟ ਨੂੰ ਇੰਟਰਸਟਿੰਗ ਬਣਾਓ। ਜਿੰਨਾ ਟੌਪਿਕ ਤੁਹਾਡਾ ਇੰਟਰਸਟਿੰਗ ਹੋਏਗਾ ਉਨੇ ਬੱਚੇ ਉਸ ਟੌਪਿਕ ਵਿੱਚ ਰੁਝੇ ਰਹਿਣਗੇ ਐਂਡ ਮਿਸਬਿਹੇਵੀਅਰ ਦੇ ਚਾਂਸਸ ਘੱਟ ਜਾਣਗੇ। ਬੱਚੇ ਦੀਆਂ ਲੋੜਾਂ ਦੀ ਸਮਝ ਹੋਣੀ ਚਾਹੀਦੀ ਹੈ ਤੁਹਾਨੂੰ। ਸੋ ਤੁਸੀਂ ਜਦੋਂ ਵੀ ਮਨੋਵਿਗਿਆਨ ਪੜ੍ਹਿਆ ਸਾਰੇ ਅਧਿਆਪਕਾਂ ਨੇ, ਉਸ ਦੇ ਅਨੁਸਾਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇੱਕ ਵਿਦਿਆਰਥੀ ਦੀਆਂ ਕਲਾਸ ਵਿੱਚ ਕੀ ਲੋੜ ਹੈ ਐਂਡ ਉਹਨਾਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਲੈਸਨ ਨੂੰ ਪਲਾਨ ਕੀਤਾ ਜਾਵੇ। ਬੀ ਅਪਰੋਚੇਬਲ, ਬੱਚਾ ਤੁਹਾਡੇ ਤੱਕ ਪਹੁੰਚ ਰੱਖਦੇ ਹੋ ਤੁਸੀਂ, ਜਦੋਂ ਬੱਚੇ ਨੂੰ ਕੋਈ ਪ੍ਰੋਬਲਮ ਹੈ ਤੁਹਾਡੇ ਕੋਲ ਆ ਸਕੇ। ਬੱਚੇ ਨਾਲ ਫਰੈਂਡਲੀ ਹੋਵੋ, ਕੰਸੀਡਰੇਟ ਹੋਵੋ, ਉਹਦੇ ਦੁੱਖ ਦਰਦ ਨੂੰ ਸਮਝੋ ਤੇ ਕੇਅਰਿੰਗ ਐਟੀਟਿਊਡ ਰੱਖੋ। ਜੋ ਇਸ ਤਰ੍ਹਾਂ ਦਾ ਅਧਿਆਪਕ ਹੋਏਗਾ ਉਹਦੀ ਕਲਾਸ ਵਿੱਚ ਬੱਚੇ ਬਹੁਤੀ ਵਾਰ ਮਿਸਬਿਹੇਵੀਅਰਸ ਨਹੀਂ ਕਰਦੇ। ਬੱਚਿਆਂ ਦੇ ਲਈ ਇੱਕ ਪੋਜ਼ਿਟਿਵ ਰੋਲ ਮਾਡਲ ਬਣੋ। ਤੁਹਾਡੇ ਆਪਣੇ ਬਿਹੇਵੀਅਰ ਤੋਂ ਬੱਚਿਆਂ ਨੂੰ ਇੱਕ ਦਿਸ਼ਾ ਦਿਖਣੀ ਚਾਹੀਦੀ ਹੈ ਕਿ ਅਸੀਂ ਇਸ ਤਰ੍ਹਾਂ ਦਾ ਬਿਹੇਵੀਅਰ ਕਰਨਾ ਹੈ। ਤੁਹਾਡਾ ਆਪਣਾ ਬਿਹੇਵੀਅਰ ਹੈ ਜਿਹੜਾ ਉਹ ਬੱਚਿਆਂ ਲਈ ਇੱਕ ਪ੍ਰੇਰਨਾ ਦਾ ਸਰੋਤ ਹੋਣਾ ਚਾਹੀਦਾ ਹੈ। ਜੇ ਬਾਈ ਚਾਂਸ ਬੱਚੇ ਨੂੰ ਕੋਈ ਪ੍ਰੋਬਲਮ ਹੈ ਤਾਂ ਰਲ ਕੇ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ ਕਿ ਹਮੇਸ਼ਾ ਤੁਸੀਂ ਆਪਣੇ ਬੱਚੇ ਨੂੰ, ਚਾਹੇ ਟੌਪਿਕ ਵੀ ਜਦ ਤੁਸੀਂ ਪੜ੍ਹਾ ਰਹੇ ਹੋ ਤਾਂ ਸਟੂਡੈਂਟ ਦੇ ਸਹਿਯੋਗ ਨਾਲ ਟੌਪਿਕ ਪੜ੍ਹਾਇਆ ਜਾਵੇ, ਰਲ ਮਿਲ ਕੇ ਕੰਮ ਕਲਾਸ ਵਿੱਚ ਕੀਤਾ ਜਾਵੇ। ਬੱਚਿਆਂ ਨੂੰ ਇਹ ਵੀ ਸਿਖਾਇਆ ਜਾਵੇ ਕਿ ਉਹ ਆਪਣੀਆਂ ਲੋੜਾਂ ਦੀ ਪੂਰਤੀ ਕਿਸ ਤਰ੍ਹਾਂ ਕਰ ਸਕਦੇ ਨੇ ਵਿਦਆਊਟ ਡਿਸਟਰਪਟਿੰਗ ਅਦਰਸ। ਜਿਵੇਂ ਸਪੋਜ਼ ਜੇ ਆਪਾਂ ਕਲਾਸ ਲੱਗੀ ਹੈ 1 ਆਵਰ ਦੀ, ਕਿਸੇ ਬੱਚੇ ਨੇ ਵਾਸ਼ਰੂਮ ਜਾਣਾ, ਉਹ ਚੁੱਪ ਕਰਕੇ ਉੱਠ ਕੇ ਜਾ ਸਕਦਾ ਹੈ। ਇਹ ਨਹੀਂ ਕਿ ਆਪਣੇ ਨਾਲ ਦੇ 2-2 3-3 ਬੱਚਿਆਂ ਨੂੰ ਡਿਸਟਰਬ ਕਰਕੇ ਜਾਣਾ। ਸੋ ਬੱਚਿਆਂ ਨੂੰ ਇਸ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਵੇ ਕਿ ਉਹ ਆਪਣੀਆਂ ਲੋੜਾਂ ਨੂੰ ਕਲਾਸ ਵਿੱਚ ਕਿਸ ਤਰ੍ਹਾਂ ਪੂਰਾ ਕਰ ਸਕਦੇ ਨੇ ਵਿਦਆਊਟ ਦੂਜੇ ਬੱਚੇ ਨੂੰ ਡਿਸਟਰਬ ਕੀਤੇ। ਸੋ ਇਹ ਚੀਜ਼ ਜ਼ਰੂਰੀ ਹੈ ਕਿ ਜੇ ਬੱਚੇ ਮਤਲਬ ਪ੍ਰੀਵੈਂਟਿਵ ਸਟ੍ਰੈਟੇਜੀਜ਼ ਲਈ ਇਹ ਬਹੁਤ ਇੰਪੋਰਟੈਂਟ ਹੈ ਕਿ ਬੱਚੇ ਸਮਝਣ ਕਿ ਜਿਹੜੇ ਵੀ ਨਿਯਮ ਕਲਾਸ ਦੇ ਬਣਾਏ ਗਏ ਨੇ ਉਹ ਉਹਨਾਂ ਦੀ ਹੀ ਸੁਰੱਖਿਆ ਲਈ ਬਣਾਏ ਗਏ ਨੇ ਐਂਡ ਉਸ ਸਥਿਤੀ ਨਾਲ ਸੰਬੰਧਿਤ ਹੈ ਜਿਸ ਸਥਿਤੀ ਵਿੱਚ ਉਹ ਹੈ। ਸੋ ਬੱਚੇ ਨੂੰ ਜ਼ਰੂਰੀ ਹੈ ਕਿ ਉਹ ਤੁਹਾਡੇ ਲਈ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਹਰ ਬੱਚੇ ਦੇ ਬਿਹੇਵੀਅਰ, ਕੋਈ ਵੀ ਬੱਚਾ ਕਲਾਸ 'ਚ ਬਿਹੇਵੀਅਰ ਕਰਦਾ ਹੈ ਉਹਦੇ ਪਿਛਲਾ ਜੋ ਮੋਟਿਵ ਹੈ, ਪਰਪਸ ਹੈ, ਕਿਉਂ ਬੱਚੇ ਨੇ ਉਹ ਬਿਹੇਵੀਅਰ ਕੀਤਾ, ਉਹ ਤੁਹਾਨੂੰ ਪਤਾ ਹੋਵੇ। ਕਿਉਂਕਿ ਬਿਹੇਵੀਅਰ ਤਾਂ ਠੀਕ ਹੋਊ ਜੇ ਉਹਦੀ ਪ੍ਰੋਬਲਮ ਜਾਂ ਉਹਦੀ ਕੌਜ਼ ਦੂਰ ਹੋਏਗੀ। ਸੋ ਯੂ ਸ਼ੁੱਡ ਨੋ ਕਿ ਉਹਦਾ ਕੌਜ਼ ਕੀ ਹੈ। ਇਸ ਲਈ ਤੁਹਾਨੂੰ ਬੱਚਿਆਂ ਨੂੰ ਧਿਆਨ ਨਾਲ ਸੁਣਨਾ ਪਊਗਾ। ਸੋ ਨੋਰਮਲੀ ਹਰ ਬੱਚਾ ਜਦੋਂ ਮਿਸਬਿਹੇਵ ਕਰਦਾ ਹੈ ਉਹਦਾ ਇੱਕ ਮੈਸੇਜ ਹੁੰਦਾ ਹੈ ਟੀਚਰ ਨੂੰ, ਤੁਹਾਨੂੰ ਉਸ ਮੈਸੇਜ ਨੂੰ ਸੁਣਨਾ ਪਊਗਾ ਤਾਂ ਜੋ ਤੁਸੀਂ ਫਿਊਚਰ ਦੇ ਵਿੱਚ ਬੱਚੇ ਦੀਆਂ ਲੋੜਾਂ ਨੂੰ ਧਿਆਨ ਰੱਖ ਸਕੋ ਐਂਡ ਇਹ ਸਮਝ ਸਕੋ ਕਿ ਐਵਰੀ ਮਿਸਬਿਹੇਵੀਅਰ ਹੈਜ਼ ਅ ਰੀਜ਼ਨ ਬਿਹਾਈਂਡ ਇਟ ਐਂਡ ਉਹ ਰੀਜ਼ਨ ਦੂਰ ਕਰਨਾ ਸਾਨੂੰ ਜ਼ਰੂਰੀ ਹੈ, ਰਾਈਟ। ਸੈਕਿੰਡ ਲੈਵਲ 'ਤੇ ਤੁਸੀਂ ਇੱਕ ਚੀਜ਼ ਨੂੰ ਧਿਆਨ ਰੱਖਣਾ ਹੈ ਕਿ ਜਦੋਂ ਵੀ ਕਲਾਸ ਵਿੱਚ ਬੱਚਾ ਮਿਸਬਿਹੇਵ ਕਰੇ, ਸਪੋਜ਼ ਮੇਰੀ ਕਲਾਸ ਵਿੱਚ ਇਹ ਸਟੂਡੈਂਟ ਹੈ, ਇਹ ਮਿਸਬਿਹੇਵ ਕਰ ਰਿਹਾ ਹੈ, ਮੇਰੀ ਕਲਾਸ ਵਿੱਚ ਇੱਕ ਪ੍ਰੋਬਲਮ ਹੋ ਗਈ ਹੈ, ਤਾਂ ਮੈਨੂੰ ਇਹ ਆਇਡੈਂਟੀਫਾਈ ਕਰਨ ਦੀ ਲੋੜ ਹੈ ਕਿ ਇਹ ਪ੍ਰੋਬਲਮ ਕਿਹਦੇ ਕਰਕੇ ਹੈ। ਇਹ ਪ੍ਰੋਬਲਮ ਟੀਚਰ ਕਰਕੇ, ਇਹ ਪ੍ਰੋਬਲਮ ਸਟੂਡੈਂਟ ਕਰਕੇ ਜਾਂ ਸਟੂਡੈਂਟ ਦੇ ਕਿਸੇ ਪੀਅਰ ਕਰਕੇ ਹੈ। ਯੂ ਸ਼ੁੱਡ ਨੋ ਕਿ ਇਹ ਪ੍ਰੋਬਲਮ ਕਿਹਦੇ ਕਰਕੇ ਹੈ। ਬਿਕੋਜ਼ ਜੇ ਇਹ ਪ੍ਰੋਬਲਮ ਤੁਹਾਡੀ ਟੀਚਿੰਗ ਨਾਲ ਇੰਟਰਫੇਅਰ ਕਰ ਰਹੀ ਹੈ ਸਪੋਜ਼, ਜਾਂ ਸਟੂਡੈਂਟ ਦੀ ਲਰਨਿੰਗ ਨਾਲ ਇੰਟਰਫੇਅਰ ਕਰ ਰਹੀ ਹੈ, ਤਾਂ ਇਹ ਟੀਚਰ ਓਨਡ ਪ੍ਰੋਬਲਮ ਹੈ, ਤਾਂ ਤੁਹਾਨੂੰ ਆਪਣੇ ਟੀਚਿੰਗ ਦੇ ਵਿੱਚ ਕੋਈ ਚੇਂਜ ਕਰਨਾ ਪੈਣਾ। ਜੇ ਸਪੋਜ਼ ਉਹ ਪ੍ਰੋਬਲਮ ਹੈ ਜਿਹੜੀ ਤੁਹਾਡੀ ਟੀਚਿੰਗ ਨੂੰ ਇੰਟਰਫੇਅਰ ਨਹੀਂ ਕਰ ਰਹੀ ਜਾਂ ਤੁਹਾਡੀ ਲਰਨਿੰਗ ਨੂੰ ਇੰਟਰਫੇਅਰ ਨਹੀਂ ਕਰ ਰਹੀ, ਦੈਨ ਇਟ ਇਜ਼ ਅ ਸਟੂਡੈਂਟ ਓਨਡ ਪ੍ਰੋਬਲਮ। ਬਸ ਸਟੂਡੈਂਟ ਦੇ ਕਿਸੇ ਕੌਜ਼ ਕਰਕੇ ਉਹ ਪ੍ਰੋਬਲਮ ਹੋ ਰਹੀ ਹੈ। ਸੋ ਯੂ ਨੀਡ ਟੂ ਐਡਰੈਸ ਦ ਥਿੰਗ ਲਾਈਕ ਦੈਟ। ਤੁਹਾਨੂੰ ਪਤਾ ਹੋਣਾ ਚਾਹੀਦਾ ਐਜ਼ ਅ ਟੀਚਰ ਕਿ ਜਿਹੜੀ ਸਮੱਸਿਆ ਹੈ ਉਸ ਸਮੱਸਿਆ ਦਾ ਕਾਰਨ ਅਧਿਆਪਕ ਹੈ ਜਾਂ ਵਿਦਿਆਰਥੀ ਹੈ। ਸੋ ਅਧਿਆਪਕ ਅਕਸਰ ਪ੍ਰੋਬਲਮ ਦਾ ਕਾਰਨ ਉਦੋਂ ਬਣਦਾ ਜਦੋਂ ਪ੍ਰੋਬਲਮਸ ਅਧਿਆਪਕ ਦੀ ਪੜ੍ਹਾਉਣ ਨੂੰ ਜਾਂ ਬੱਚੇ ਦੀ ਸਿੱਖਣ ਨੂੰ ਪ੍ਰਭਾਵਿਤ ਕਰ ਰਹੀ ਹੈ। ਜੇ ਇਸ ਤੋਂ ਇਲਾਵਾ ਕੋਈ ਸਮੱਸਿਆ ਹੈ ਜੋ ਨਾ ਬੱਚੇ ਤੁਹਾਡੇ ਪੜ੍ਹਾਉਣ ਲਿਖਾਉਣ ਦੇ ਜਿਹੜੇ ਕਿਰਿਆ ਹੈ ਉਸ ਦੇ ਵਿੱਚ ਇੰਟਰਫੇਅਰ ਨਹੀਂ ਕਰ ਰਹੀ, ਦੈਨ ਇਟ ਇਜ਼ ਸਟੂਡੈਂਟ ਓਨਡ ਪ੍ਰੋਬਲਮ, ਰਾਈਟ। ਇੱਕ ਕੇਸ ਸਟੱਡੀ ਹੈ, ਇੱਕ ਐਗਜ਼ਾਮਪਲ ਹੈ ਕਿ ਐਮੀ ਐਕਸਲੈਂਡਰ ਟੀਚਰ ਦੀ, ਜੋ ਕਿ ਬੇਸਿਕਲੀ ਆਪਣੇ ਲੈਸਨ ਪਲਾਨ ਨੂੰ ਇੰਨੇ ਵਧੀਆ ਢੰਗ ਨਾਲ ਔਰਗੇਨਾਈਜ਼ ਕਰਦੇ ਨੇ ਜਾਂ ਇੱਕ ਸਟਰਕਚਰ ਅਤੇ ਰੂਟੀਨ ਹੈ ਉਹਨਾਂ ਦੀ ਕਲਾਸ ਵਿੱਚ, ਜਿਸ ਕਾਰਨ ਉਹਨਾਂ ਦੀ ਕਲਾਸ ਦੇ ਵਿੱਚ ਨੈਗੇਟਿਵ ਬਿਹੇਵੀਅਰ ਹੁੰਦਾ ਹੀ ਨਹੀਂ। ਜਿਵੇਂ ਫੋਰ ਐਗਜ਼ਾਮਪਲ ਸ਼ੀ ਗ੍ਰੀਟ ਸਟੂਡੈਂਟਸ ਐਟ ਦ ਡੋਰ, ਜਦੋਂ ਐਂਟਰ ਕਰਦੇ ਨੇ ਹਰ ਬੱਚੇ ਨੂੰ ਹੈਲੋ ਸਟੂਡੈਂਟਸ ਕਹਿੰਦੇ ਆ। ਉਹਨਾਂ ਨੂੰ ਉੱਥੇ ਹੀ ਇਨਸਟਰਕਸ਼ਨਸ ਦੇ ਦਿੱਤੀਆਂ ਜਾਂਦੀਆਂ ਨੇ ਕਲਾਸ ਦੀਆਂ। ਜਿਵੇਂ ਹੀ ਉਹ ਟੀਚਰ ਕਲਾਸ ਐਂਟਰ ਕਰਦਾ ਜਾਂ ਸਟੂਡੈਂਟ ਜਿਵੇਂ ਕਲਾਸ 'ਚ ਐਂਟਰ ਕਰਦਾ, ਉਵੇਂ ਹੀ ਬੱਚੇ ਨੂੰ ਦੱਸ ਦਿੱਤਾ ਜਾਂਦਾ ਕਿ ਵਾਟ ਇਜ਼ ਐਕਸਪੈਕਟਿਡ ਫਰੋਮ ਯੂ। ਉਹਨਾਂ ਦਾ ਵਾਈਟ ਬੋਰਡ ਹੈ ਜਿਹੜਾ ਉਹ ਵੈਲ ਪਲੈਨਡ ਹੁੰਦਾ, ਮਤਲਬ ਇਨ ਦ ਸੈਂਸ ਵਾਈਟ ਜਿਹੜਾ ਬਲੈਕ ਬੋਰਡ ਹੈ ਉਸਨੂੰ ਉਹਨਾਂ ਨੇ ਪ੍ਰੋਪਰਲੀ ਡਿਵਾਈਡ ਕੀਤਾ ਹੁੰਦਾ ਐਂਡ ਕਲਰਸ ਕੋਆਰਡੀਨੇਟ ਕੀਤੇ ਹੁੰਦੇ ਨੇ, ਸੋ ਦੈਟ ਜਿਹੜਾ ਬੱਚੇ ਨੂੰ ਪਤਾ ਹੋਵੇ। ਜਿਵੇਂ ਬੱਚਿਆਂ ਨੂੰ ਇਨਸਟਰਕਸ਼ਨਸ ਦਿੱਤੀਆਂ ਵੀ ਜੋ ਇੰਪੋਰਟੈਂਟ ਪੁਆਇੰਟਸ ਆ ਉਹ ਰੈੱਡ 'ਚ ਲਿਖੇ ਜਾਣਗੇ, ਜੋ ਐਗਜ਼ਾਮਪਲਸ ਆ ਗ੍ਰੀਨ 'ਚ ਲਿਖੀਆਂ ਜਾਣਗੀਆਂ, ਜੋ ਐਕਸਪਲੇਨੇਸ਼ਨ ਆ ਬਲੂ 'ਚ ਲਿਖੀ ਜਾਊ। ਸੋ ਸਟੂਡੈਂਟ ਨੂੰ ਐਗਜ਼ੈਕਟਲੀ ਪਤਾ ਹੁੰਦਾ ਕਿ ਉਹਨਾਂ ਦੀ ਕਲਾਸ ਵਿੱਚ ਕੀ ਹੋ ਰਿਹਾ ਅਤੇ ਟੀਚਰ ਡਿਫਰੈਂਟ ਪੈਨਸ ਕਿਉਂ ਯੂਜ਼ ਕਰ ਰਿਹਾ।
ਬੱਚਿਆਂ ਨੂੰ ਸੁਤੰਤਰਤਾ ਦਿੱਤੀ ਜਾਂਦੀ ਹੈ, ਸਟੂਡੈਂਟਸ ਨੂੰ ਆਟੋਨੋਮੀ ਦਿੱਤੀ ਹੈ ਉਹਨਾਂ ਦੀ ਲਰਨਿੰਗ ਵਿੱਚ, ਹਰ ਬੱਚਾ ਆਪਣੇ ਹਿਸਾਬ ਨਾਲ ਲਰਨ ਕਰ ਸਕਦਾ ਹੈ। ਉਸ ਤੋਂ ਇਲਾਵਾ ਜਿਹੜੇ ਬੱਚੇ ਕੰਮ ਜਲਦੀ ਖਤਮ ਕਰ ਦਿੰਦੇ ਨੇ ਉਹਨਾਂ ਨੂੰ ਐਕਸਟਰਾ ਕੰਮ ਦਿੱਤਾ ਜਾਂਦਾ ਹੈ ਸੋ ਦੈਟ ਉਹ ਦੂਜੇ ਬੱਚਿਆਂ ਨੂੰ ਡਿਸਟਰਬ ਨਾ ਕਰਨ। ਸੋ ਇਸ ਤਰ੍ਹਾਂ ਜਦੋਂ ਕਲਾਸ ਦਾ ਲੈਸਨ ਵੈਲ ਪ੍ਰੀਪੇਅਰਡ ਹੈ ਤਾਂ ਉਹਦੀ ਕਲਾਸ ਦੇ ਵਿੱਚ, ਟੀਚਰ ਦੀ ਕਲਾਸ ਵਿੱਚ ਕੋਈ ਵੀ ਬਿਹੇਵੀਅਰ ਪ੍ਰੋਬਲਮ, ਛੋਟੇ ਮੋਟੇ ਤਾਂ ਚਲੋ ਹੁੰਦੇ ਹੀ ਹੁੰਦੇ ਨੇ, ਪਰ ਉਹ ਵਧਣ ਤੋਂ ਪਹਿਲਾਂ ਹੀ ਟੀਚਰ ਉਹਨਾਂ ਨੂੰ ਕੰਟਰੋਲ ਕਰ ਪਾਉਂਦਾ। ਸੋ ਦਿਸ ਇਜ਼ ਐਨ ਐਗਜ਼ਾਮਪਲ ਆਫ ਪ੍ਰੀਵੈਂਟਿਵ ਸਟ੍ਰੈਟੇਜੀ। ਜੇ ਹੁਣ ਤੁਸੀਂ ਦੇਖੋਗੇ ਤਾਂ ਐਮੀ ਐਜ਼ ਅ ਟੀਚਰ ਉਸਨੇ ਵੇਟ ਨਹੀਂ ਕੀਤਾ कि मेरी क्लास के ਪਹਿਲਾਂ डिस्टर्बेंस होगी, पहला मैंने एक बच्चा पूछूगा भी मैम आपने इसको रेड में क्यों लिखा है, फिर वो दसेगी नो। उन्होंने क्लास बच्चे ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਜੇ ਮੈਂ ਕਲਾਸ ਦੇ ਵਿੱਚ ਡਿਫਰੈਂਟ ਕਲਰਸ ਯੂਜ਼ ਕਰ ਰਹੀ ਹਾਂ ਤਾਂ ਉਹ ਡਿਫਰੈਂਟ ਕਲਰਸ ਦਾ ਪਰਪਸ ਕੀ ਹੈ, ਉਸ ਨਾਲ ਕੀ ਹੈ ਕਿ ਤੁਹਾਡੀ ਕਲਾਸ ਦੇ ਵਿੱਚ ਡਿਸਟਰਬੈਂਸ ਨਹੀਂ ਹੋਊਗੀ, ਰਾਈਟ। ਸੋ ਦਿਸ ਇਜ਼ ਵਾਟ ਵੀ ਡੂ ਇਨ ਪ੍ਰੀਵੈਂਟਿਵ ਸਟ੍ਰੈਟੇਜੀਜ਼। ਸੋ ਆਈ ਹੋਪ ਤੁਹਾਨੂੰ ਪ੍ਰੀਵੈਂਟਿਵ ਸਟ੍ਰੈਟੇਜੀਜ਼ ਕਲੀਅਰ ਹੈ, ਜਿਹਦੇ ਵਿੱਚ ਆਪਾਂ ਬੇਸਿਕਲੀ ਕਿਹੜੇ ਸਟੈਪਸ ਹੋ ਸਕਦੇ ਨੇ ਜਾਂ ਤੁਸੀਂ ਕਿਸ ਤਰ੍ਹਾਂ ਆਪਣੀ ਕਲਾਸ ਦੇ ਵਿੱਚ ਮਿਸਬਿਹੇਵੀਅਰ ਨੂੰ ਹੋਣ ਤੋਂ ਪਹਿਲਾਂ ਹੀ ਰੋਕ ਸਕਦੇ ਹੋ। ਜਿਹਦੇ ਵਿੱਚ ਫਰਸਟ ਪੁਆਇੰਟ ਹੈ ਔਰਗੇਨਾਈਜ਼ ਹੋਵੋ। ਐਜ਼ ਅ ਟੀਚਰ ਯੂ ਸ਼ੁੱਡ ਬੀ ਔਰਗੇਨਾਈਜ਼, ਤੁਹਾਡਾ ਲੈਸਨ ਵੈਲ ਪ੍ਰੀਪੇਅਰਡ ਹੋਣਾ ਚਾਹੀਦਾ ਹੈ, ਪਲੈਨਡ ਹੋਣਾ ਚਾਹੀਦਾ ਹੈ। ਅਤੇ ਉਹਦੇ ਵਿੱਚ ਜਿਹੜਾ ਡਾਊਨ ਟਾਈਮ ਹੁੰਦਾ ਹੈ, ਵੇਸਟ ਟਾਈਮ, ਜਿਹਨੂੰ ਆਪਾਂ ਨੂੰ ਸਮਝ ਹੀ ਨਹੀਂ ਆਇਆ ਵੀ ਅਸੀਂ ਕੀ ਕਰਨਾ ਹੈ, ਐਂਡ ਡਿਸਟਰੈਕਸ਼ਨਸ, ਕਿਸੇ ਵੀ ਤਰ੍ਹਾਂ ਦੀ ਜੋ ਡਿਸਟਰਬੈਂਸ ਹੈ ਉਹ ਸਭ ਤੋਂ ਘੱਟ ਹੋਣੀ ਚਾਹੀਦੀ ਹੈ। ਸੋ ਇਨਸ਼ੋਰ ਜਿੰਨਾ ਤੁਹਾਡਾ ਲੈਸਨ ਵੈਲ ਪਲੈਨਡ ਹੋਏਗਾ ਉਨੀ ਤੁਹਾਡੀ ਕਲਾਸ ਵਿੱਚ ਇਹ ਪ੍ਰੋਬਲਮ ਨਹੀਂ ਆਏਗੀ। ਬੱਚਿਆਂ ਨੂੰ ਇੱਕ ਸਟਰਕਚਰ ਤੇ ਰੂਟੀਨ ਦਿਓ। ਐਵਰੀ ਡੇ ਦੇਅਰ ਸ਼ੁੱਡ ਬੀ ਅ ਰੂਟੀਨ। ਨੋਰਮਲੀ ਮਤਲਬ ਇੱਕ ਕਲਾਸ ਦੇ ਵਿੱਚ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕੀ ਕਰਨਾ ਹੈ, ਐਂਡ ਉਹ ਰੂਟੀਨ ਆਪਾਂ ਨੇ ਚੇਂਜ ਨਹੀਂ ਕਰਨਾ। ਉਸ ਨਾਲ ਕੀ ਹੈ ਕਿ ਰੋਜ਼ ਬੱਚਿਆਂ ਲਈ ਕੋਈ ਨਵੀਂ ਕਨਫਿਊਜ਼ਨ ਨਹੀਂ ਹੁੰਦੀ, ਉਹਨਾਂ ਨੂੰ ਪਤਾ ਹੈ ਕਿ ਦਿਸ ਇਜ਼ ਵਾਟ ਵੀ ਹੈਵ ਟੂ ਡੂ, ਜਾਂ ਸਾਡੇ ਤੋਂ ਇਹ ਐਕਸਪੈਕਟ ਕੀਤਾ ਜਾਂਦਾ ਅਤੇ ਉਸੇ ਤਰ੍ਹਾਂ ਬੱਚੇ ਕਲਾਸ ਵਿੱਚ ਕਰਦੇ। ਜਿਵੇਂ ਸਪੋਜ਼ ਰੂਟੀਨ ਦਾ ਭਾਵ ਇਹ ਹੈ ਵੀ ਟੀਚਰ ਨੇ ਜਿਵੇਂ ਆ ਕੇ ਪਹਿਲੇ 3 ਮਿੰਟ ਪਿਛਲਾ ਲੈਸਨ ਪੁੱਛਣਾ ਹੈ, ਸੋ ਰੋਜ਼ ਹੀ ਪੁੱਛਣਾ ਹੈ, ਫਿਰ ਉਹਨਾਂ ਨੇ ਪੜ੍ਹਾਉਣਾ ਹੈ, ਫਿਰ ਉਹਨਾਂ ਨੇ ਨਵੇਂ ਲੈਸਨ 'ਚੋਂ ਕੁਐਸਚਨਸ ਪੁੱਛਣੇ ਹੈ, ਅਤੇ ਐਂਡ ਵਿੱਚ ਸਾਨੂੰ ਕੰਮ ਨੂੰ ਨੋਟਬੁੱਕਸ 'ਚ ਨੋਟ ਕਰਨ ਲਈ ਟਾਈਮ ਦੇਣਾ। ਸੋ ਤੁਸੀਂ ਇੱਕ ਰੂਟੀਨ ਬਣਾਇਆ ਹੋਇਆ, ਸਟੂਡੈਂਟ ਨੂੰ ਪਤਾ ਹੈ ਕਿ ਮੈਂ ਨੋਟਬੁੱਕ ਵਿੱਚ ਇੰਸਟਰਕਸ਼ਨਸ ਲਾਸਟ ਵਿੱਚ ਲਿਖਣੀ ਹੈ। ਉਸ ਨਾਲ ਬੱਚਾ ਜਿਹੜਾ ਤੁਹਾਡੀ ਕਲਾਸ ਵਿੱਚ ਡਿਸਟਰਬੈਂਸ ਕ੍ਰੀਏਟ ਨਹੀਂ ਕਰਦਾ। ਸਟੂਡੈਂਟ ਨੂੰ ਇੰਗੇਜ ਰੱਖੋ, ਜਿੰਨਾ ਸਟੂਡੈਂਟ ਬਿਜ਼ੀ ਰਹੇਗਾ ਓਨਾ ਉਹ ਫ੍ਰੀ ਹੀ ਨਹੀਂ ਹੋਏਗਾ। ਜਦੋਂ ਫ੍ਰੀ ਨਹੀਂ ਹੋਏਗਾ ਤਾਂ ਓਬਵੀਅਸਲੀ ਡਿਸਟਰਬੈਂਸ ਨਹੀਂ ਕਰੂਗਾ। ਇਸ ਨਾਲ ਬੱਚੇ ਦਾ ਫੋਕਸ ਵੀ ਬਣਿਆ ਰਹਿੰਦਾ, ਪਲੱਸ ਉਹ ਕਲਾਸ ਵਿੱਚ ਪਾਰਟੀਸਪੇਟ ਵੀ ਕਰਦਾ ਹੈ। ਐਂਡ ਜਦੋਂ ਬੱਚੇ ਨੂੰ ਤੁਸੀਂ ਪਾਰਟੀਸਪੇਟ ਕਰਾਇਆ, ਜਿੱਥੇ ਲੋੜ ਹੈ ਉੱਥੇ ਬੱਚੇ ਨੂੰ ਹੈਲਪ ਦਿਓ। ਐਜ਼ ਅ ਟੀਚਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇੱਕ ਟੌਪਿਕ ਦੇ ਕਿਹੜੇ ਪੁਆਇੰਟਸ ਐਸੇ ਹੋ ਸਕਦੇ ਹਨ ਜਿੱਥੇ ਬੱਚਿਆਂ ਨੂੰ ਮੇਰੀ ਹੈਲਪ ਦੀ ਲੋੜ ਹੈ। ਜਿਵੇਂ ਮੈਥਸ ਦਾ ਟੀਚਰ ਹੈ, ਸਪੋਜ਼ ਉਹ ਇੱਕ ਪਾਸ ਸਮ ਨੂੰ ਸੋਲਵ ਕਰ ਦਿੰਦੇ ਨੇ, ਬਾਕੀ ਐਕਸਰਸਾਈਜ਼ ਬੱਚਿਆਂ ਨੂੰ ਕਹਿੰਦੇ ਨੇ ਤੁਸੀਂ ਖੁਦ ਕਰੋ, ਤਾਂ ਸ਼ੀ ਸ਼ੁੱਡ ਟੇਕ ਅ ਰਾਊਂਡ ਇਨ ਦੀ ਕਲਾਸ। ਉਹਨਾਂ ਨੂੰ ਖੁਦ ਨੂੰ ਪਤਾ ਹੁੰਦਾ ਕਿ ਕਿਹੜੇ ਸਮਸ ਐਸੇ ਜਿੱਥੇ ਬੱਚੇ ਅਕਸਰ ਗਲਤੀ ਕਰਦੇ ਨੇ, ਉੱਥੇ ਬੱਚਿਆਂ ਨੂੰ ਜਿਹੜੀ ਲੋੜ ਦੀ ਹੈਲਪ ਹੈ ਉਹ ਤੁਸੀਂ ਬੱਚਿਆਂ ਨੂੰ ਦਿਓ। ਸ਼ੇਅਰਿੰਗ ਰਿਸਪੋਂਸਿਬਿਲਿਟੀ ਫॉर ਲਰਨਿੰਗ ਵਿਦ ਦੀ ਸਟੂਡੈਂਟਸ, ਮਤਲਬ ਯੂ ਸ਼ੁੱਡ ਨਾਟ ਥਿੰਕ ਕਿ ਤੁਹਾਡਾ ਕੰਮ ਸਿਰਫ ਪੜ੍ਹਾ ਕੇ ਜਾਣਾ, ਪੜ੍ਹਾ ਕੇ ਚਲੇ ਜਾਓ, ਦਿਸ ਇਜ਼ ਯੋਰ ਵਰਕ। ਨੋ, ਅੰਟਿਲ ਅਨਲੈਸ ਸਟੂਡੈਂਟ ਉਹਨੇ ਉਸ ਚੀਜ਼ ਨੂੰ ਲਰਨ ਨਹੀਂ ਕੀਤਾ, ਟੀਚਰ ਦਾ ਪਰਪਸ ਨਹੀਂ ਸੋਲਵ ਹੁੰਦਾ। ਸੋ ਟੀਚਰ ਦੇ ਵਿੱਚ ਮਤਲਬ ਲਰਨਿੰਗ ਦੀ ਰਿਸਪੋਂਸਿਬਿਲਿਟੀ ਇਕੱਲੀ ਬੱਚੇ ਦੀ ਨਹੀਂ ਹੈ। ਟੀਚਰ ਸ਼ੁੱਡ ਹੈਵ ਸਮ ਕਾਈਂਡ ਆਫ ਅ ਰਿਸਪੋਂਸਿਬਿਲਿਟੀ ਕਿ ਮੇਰਾ ਵੀ ਇੱਕ ਜ਼ਿੰਮੇਵਾਰੀ ਹੈ ਕਿ ਮੇਰੇ ਬੱਚੇ ਨੂੰ ਲਰਨਿੰਗ ਹੋਵੇ। ਸੋ ਜਿੱਥੇ ਵੀ ਬੱਚਾ ਅਟਕ ਰਿਹਾ ਉੱਥੇ ਐਜ਼ ਅ ਟੀਚਰ ਉਹਨੂੰ ਤੁਸੀਂ ਹੈਲਪ ਕਰੋ। ਲਰਨਿੰਗ ਐਕਟੀਵਿਟੀਜ਼ ਵੇਰੀਏਸ਼ਨ ਕਰੋ। ਜੇ ਰੋਜ਼ ਹੀ ਇੱਕੋ ਢੰਗ ਨਾਲ ਪੜ੍ਹਾਉਂਦੇ ਰਹੋਗੇ, ਮੋਨੋਟਨੀ ਜੀ ਹੋ ਜਾਊਗੀ ਤਾਂ ਕਲਾਸ ਬੋਰਿੰਗ ਲੱਗਣ ਲੱਗ ਜਾਂਦੀ ਹੈ। ਕਦੇ ਬੱਚਿਆਂ ਨੂੰ ਰੀਡ ਕਰਵਾਓ, ਕਦੇ ਫਿਜ਼ੀਕਲ ਐਕਟੀਵਿਟੀ ਕਰਵਾਓ, ਕਦੇ ਲਿਖਵਾਓ। ਸੋ ਦੇयर ਸ਼ੁੱਡ ਬੀ ਅ ਵੇਰੀਏਸ਼ਨ, ਥੋੜ੍ਹਾ ਜਿਹਾ ਚੇਂਜ ਹੁੰਦਾ ਰਹੇਗਾ। ਜਿੰਨੀ ਕਲਾਸ ਵਿੱਚ ਵੇਰੀਏਸ਼ਨ ਹੈ, ਤੁਸੀਂ ਵੀ ਦੇਖਿਆ ਕਿ ਨੋਰਮਲੀ ਇੱਕ TV ਸੀਰੀਅਲ ਵੀ ਦੇਖਦੇ ਹੋ, ਜਦੋਂ ਦੀ ਸਟੋਰੀ ਲਾਈਨਸ ਡਰੈਗ ਹੁੰਦੀ ਹੈ ਤਾਂ ਆਪਾਂ ਬੋਰ ਹੋ ਜਾਂਦੇ ਹਾਂ। ਸੋ ਜਿੰਨਾ ਸੀਰੀਅਲਸ ਵਿੱਚ ਜਾਂ ਜਿੰਨਾ ਮੂਵੀਜ਼ ਵਿੱਚ ਵਰਾਇਟੀ ਹੁੰਦੀ ਹੈ ਉਹ ਤੁਹਾਨੂੰ ਇੰਜੋਏ ਕਰਦੇ ਹੋ ਤੁਸੀਂ। ਸੋ ਦੇयर ਸ਼ੁੱਡ ਬੀ ਵੇਰੀਏਸ਼ਨ ਇਨ ਦੀ ਲਰਨਿੰਗ ਐਕਟੀਵਿਟੀਜ਼। ਕਲਾਸਰੂਮ ਵੈਲਿਊਜ਼ ਐਂਡ ਐਕਸਪੈਕਟੇਸ਼ਨਸ ਅਤੇ ਰੂਲਸ, ਇਹ ਪਹਿਲਾਂ ਹੀ ਸਥਾਪਿਤ ਕਰੋ। ਮਤਲਬ ਮੇਰੀ ਕਲਾਸ ਦੀਆਂ ਕੀ ਕਦਰਾਂ ਕੀਮਤਾਂ ਨੇ, ਅਸੀਂ ਇੱਕ ਦੂਜੇ ਨੂੰ ਕਿਵੇਂ ਬੁਲਾਉਣਾ ਹੈ, ਅਸੀਂ ਆਪਣੇ ਪੀਅਰ ਨੂੰ ਕਿਵੇਂ ਬੁਲਾਉਣਾ ਹੈ, ਅਸੀਂ ਇੱਕ ਦੂਜੇ ਦੀ ਹੈਲਪ ਕਿਵੇਂ ਕਰਨੀ, ਉਹ ਪਹਿਲਾਂ ਹੀ ਡਿਫਾਈਨ ਹੋਣਾ ਚਾਹੀਦਾ। ਫਿਰ ਕਲਾਸ ਦੇ ਰੂਲਸ ਕੀ ਨੇ, ਐਗਜ਼ੈਕਟਲੀ ਵਾਟ ਇਜ਼ ਐਕਸਪੈਕਟਡ ਫਰੋਮ ਯੂ ਐਜ਼ ਅ ਸਟੂਡੈਂਟ। ਤੁਸੀਂ ਕਿੰਨੇ ਸਵਾਲ ਪੁੱਛ ਸਕਦੇ ਹੋ, ਤੁਸੀਂ ਕਿੰਨੇ ਡਿਸਟਰਬੈਂਸ ਕਰ ਸਕਦੇ ਹੋ, ਤੁਸੀਂ ਆਪਣੀ ਅਸਾਈਨਮੈਂਟ ਕਿੰਨੇ ਲੇਟ ਸਬਮਿਟ ਕਰ ਸਕਦੇ ਹੋ, ਇਹ ਚੀਜ਼ਾਂ ਸਭ ਕਲੀਅਰ ਹੋਣੀਆਂ ਚਾਹੀਦੀਆਂ। ਇੱਕ ਦੂਜੇ ਦੀ ਇੱਜ਼ਤ ਕਰੋ। ਮਿਊਚੁਅਲ ਰਿਸਪੈਕਟ ਦਾ ਮਤਲਬ ਹੁੰਦਾ ਇੱਕ ਦੂਜੇ ਦੀ ਇੱਜ਼ਤ ਕਰਨਾ। ਸੋ ਯੂ ਸ਼ੁੱਡ ਬੀ ਰਿਸਪੈਕਟਫੁਲ। ਵਿਦਿਆਰਥੀ ਨੂੰ ਜੇ ਇੱਜ਼ਤ ਦੋਗੇ ਉਹ ਵੀ ਤੁਹਾਨੂੰ ਇੱਜ਼ਤ ਦੇਣਗੇ, ਅਤੇ ਵਿਦਿਆਰਥੀ ਆਪਸ ਵਿੱਚ ਵੀ ਇੱਕ ਦੂਜੇ ਨੂੰ ਇੱਜ਼ਤ ਦੇਣ। ਸੋ ਸਾਡੀ ਪੂਰੀ ਕਲਾਸ ਦੇ ਵਿੱਚ ਕੀ ਹੋਣਾ ਚਾਹੀਦਾ, ਵੈਲਿਊਜ਼ ਸ਼ੁੱਡ ਬੀ ਇੰਪੋਰਟੈਂਟ। ਹਰ ਬੱਚੇ ਦਾ ਓਪੀਨੀਅਨ ਹੈ, ਜੋ ਬੱਚੇ ਦੀ ਵਿਚਾਰ ਹੈ, ਉਹਨੂੰ ਵੀ ਮਹੱਤਤਾ ਮਿਲਣੀ ਚਾਹੀਦੀ ਹੈ। ਇਸ ਨਾਲ ਕੀ ਹੋਏਗਾ, ਬੱਚਿਆਂ ਦੀ ਪਾਰਟੀਸਪੇਸ਼ਨ ਵੱਧ ਜਾਏਗੀ ਐਂਡ ਬੱਚੇ ਇੰਗੇਜਡ ਲਰਨਿੰਗ ਹੋਏਗੀ ਤੁਹਾਡੀ, ਰਾਈਟ। ਇਨਸ਼ਿਓਰ ਰੈਗੂਲਰ ਸਮਾਲ ਸਕਸੈਸਿਸ, ਮਤਲਬ ਜ਼ਰੂਰੀ ਨਹੀਂ ਹੈ ਕਿ ਕਲਾਸ ਦੇ ਵਿੱਚ ਤੁਸੀਂ ਬਹੁਤ ਲੰਬੇ ਟਾਈਮ ਤੋਂ ਬਾਅਦ ਕੋਈ ਸਕਸੈਸ ਮਿਲਣਾ ਹੈ। ਮਤਲਬ ਇੱਕ ਛੋਟੇ ਛੋਟੇ ਪਾਰਟਸ ਹੋਣੇ ਚਾਹੀਦੇ, ਜਿਵੇਂ ਆਪਾਂ ਕੋਈ ਰੋਜ਼ ਦਾ ਇੱਕ ਕੁਐਸਚਨ ਪੁੱਛਣਾ, ਰੋਜ਼ ਦਾ ਇੱਕ ਕੰਮ ਕਰਵਾਉਣਾ। ਸੋ ਜਿਸ ਨਾਲ ਬੱਚੇ ਨੂੰ ਲੱਗੇ ਕਿ ਸਪੋਜ਼ ਜੇ ਮੈਂ ਇੱਥੋਂ ਦਿਸ ਇਜ਼ ਵੇਅਰ ਮਾਈ ਸਟਾਰਟਿੰਗ ਪੁਆਇੰਟ ਇਜ਼, ਅਤੇ ਮੈਂ ਇੱਥੇ ਤੱਕ ਪਹੁੰਚਣਾ ਹੈ, ਮੇਰਾ ਗੋਲ ਹੈ। ਇਹ ਨਹੀਂ ਹੈ ਕਿ ਸਕਸੈਸ ਮੈਨੂੰ ਇੰਨੇ ਲੰਬੇ ਰਸਤੇ ਬਾਅਦ ਮਿਲੂਗੀ, ਸਕਸੈਸ ਇੱਥੇ ਵਿੱਚ ਵੀ ਮਿਲ ਸਕਦੀ ਹੈ ਤੁਹਾਨੂੰ ਪਾਥਸ ਵਿੱਚ। ਸੋ
इट कैन भी कि जिदन बच्चे ने एक क्वेश्चन, जब मैथ्स की एक्सरसाइज करवा रहे हैं उस एक्सरसाइज 'ਚ टोटल 10 क्वेश्चनस है, ये नहीं कि जो बच्चा 10 क्वेश्चनस कंप्लीट करूँ उदों ही टीचर उन्होंने स्टार देगा या शाबाशी देगा। सपोज बच्चे ने फर्स्ट क्वेश्चन कंप्लीट कर लिया, आप इत्थे भी उसको स्टार दे सकते हैं। सो ਉਹਦੇ ਨਾਲ ਕੀ ਇੱਕ ਸਮॉल ਸਕਸੈਸ ਮਿਲੇਗੀ ਉਸਨੂੰ, ਐਂਡ ਦੈਨ ਦਿਸ ਵਿਲ ਮੋਟੀਵੇਟ ਆਲਸੋ। ਥੋੜਾ ਰਸਤਾ ਕਵਰ ਕਰਨਾ ਆਸਾਨ ਹੁੰਦਾ ਹੈ, ਇੰਨਾ ਵੱਡਾ ਰਸਤਾ ਕਵਰ ਕਰਨਾ ਸਾਡੇ ਲਈ ਮੁਸ਼ਕਿਲ ਹੈ। ਸੋ ਦਿਸ ਕੇਸ कैन बी डन, क्योंकि बहुत ही बार ये भी हो जाता है कि बच्चे काम ਨੂੰ ਕੰਪਲੀਟ ਹੀ ਨਹੀਂ ਕਰਨਾ ਚਾਹੁੰਦੇ ਜਾਂ ਉਸ 'ਚ ਐਫਰਟ ਹੀ ਨਹੀਂ ਪਾਉਂਦੇ, ਬਿਕੋਜ਼ ਉਹਨਾਂ ਨੂੰ ਲੱਗਦਾ ਕਿ ਉਹ ਤਾਂ ਫੇਲ ਹੀ ਹੋਣਗੇ। ਸੋ ਜੇ ਉਹ ਕਹਿੰਗੇ ਮੈਮ 10 क्वेश्चन तो हमसे नहीं होंगे कभी भी, ਉਹ ਪਹਿਲਾਂ ਹੀ ਹਥਿਆਰ ਸੱਟ ਦਿੰਦੇ ਨੇ। ਸੋ ਜੇ ਤੁਸੀਂ ਉਹਨਾਂ ਨੂੰ 1 by 1 ਕਰਵਾਉਂਦੇ ਰਹੋਗੇ ਦੈਨ ਦੇ ਵਿਲ ਡੂ ਦ ਵਰਕ। ਰਿਲੇਸ਼ਨਸ਼ਿਪ ਬਣਾਓ, ਆਪਣਾ ਇੱਕ ਬੱਚੇ ਨਾਲ ਰਿਸ਼ਤਾ ਹੋਣਾ ਚਾਹੀਦਾ। ਯੂ ਸ਼ੁੱਡ ਹੈਵ ਅ ਰਿਲੇਸ਼ਨਸ਼ਿਪ ਵਿਦ ਯੂ, ਐਂਡ ਇਹ ਰਿਲੇਸ਼ਨਸ਼ਿਪ ਤਾਂ ਹੋਏਗਾ ਜੇ ਉਹ ਬੱਚੇ ਤੁਹਾਨੂੰ ਸਮਝਣਗੇ। ਐਂਡ ਸਮਝ ਕੇ ਇਹਦੇ ਲਈ ਆਪਾਂ ਸਿੰਪਲ ਡਿਸਕਸ਼ਨਸ ਕਰ ਸਕਦੇ ਹਾਂ ਬੱਚਿਆਂ ਨਾਲ, ਫਿਰ ਤੁਹਾਨੂੰ ਸਮਝ ਆ ਜਾਏਗਾ ਕਿ ਉਹ ਕਿਹੜੀਆਂ ਗੱਲਾਂ ਜਿਹੜੀਆਂ ਬੱਚੇ ਨੂੰ ਪਸੰਦ ਨੇ, ਕਿਹੜੀਆਂ ਗੱਲਾਂ ਜਿੱਥੇ ਉਹ ਡਿਫਿਕਲਟ ਹੋ ਜਾਂਦਾ ਹੈ, ਉਹਨੂੰ ਕਲਾਸ 'ਚ ਫਰਸਟਰੇਟ ਕੀ ਕਰਦਾ ਹੈ, ਐਂਡ ਫਿਰ ਅਸੀਂ ਇਹਨਾਂ ਚੀਜ਼ਾਂ ਨੂੰ ਦੂਰ ਕਰ ਦਾਂਗੇ। ਸੋ ਜੇ ਸਾਡਾ ਰਿਸਪੈਕਟਫੁਲ ਰਿਲੇਸ਼ਨ ਹੈ, ਵਿਸ਼ਵਾਸ ਵਾਲਾ ਰਿਸ਼ਤਾ ਹੈ ਆਪਸ ਵਿੱਚ ਬੱਚਿਆਂ ਨਾਲ, ਤਾਂ ਅਗੇਨ ਤੁਹਾਡੀਆਂ ਕਲਾਸਰੂਮਸ ਵਿੱਚ ਪ੍ਰੋਬਲਮਸ ਨਹੀਂ ਹੁੰਦੀਆਂ। ਦੇਖੋ ਇਹ ਰਿਸਰਚ ਸਟੱਡੀਜ਼ ਨੇ, ਇਹਨਾਂ ਲੋਕਾਂ ਨੇ ਰਿਸਰਚ ਕੀਤੀ ਹੋਈ ਹੈ, ਦੈਨ ਦੇ ਹੈਵ ਗਿਵਨ ਅਪ ਦਿਸ ਪੁਆਇੰਟ। ਸੋ ਐਕਚੁਅਲ ਦੇ ਵਿੱਚ ਇਹ ਚੀਜ਼ਾਂ ਸਕਸੈਸਫੁਲ ਹੋਈਆਂ ਨੇ, ਰਾਈਟ। ਬੱਚਿਆਂ ਨੂੰ ਮੋਟੀਵੇਟ ਕਰੋ, ਚਾਹੇ ਇੰਟ੍ਰਿੰਸਿਕਲੀ ਜਾਂ ਐਕਸਟ੍ਰਿੰਸਿਕਲੀ। ਮਤਲਬ ਜ਼ਿਆਦਾਤਰ ਕੋਸ਼ਿਸ਼ ਤੁਹਾਡੀ ਇਹ ਹੋਣੀ ਚਾਹੀਦੀ ਕਿ ਬੱਚਿਆਂ ਦਾ ਇੰਟ੍ਰਿੰਸਿਕ ਮੋਟੀਵੇਸ਼ਨ ਹੋਵੇ, ਬਟ ਦੈਨ ਸਟਿਲ ਇੰਟ੍ਰਿੰਸਿਕ ਬਾਅਦ 'ਚੋਂ ਡਿਵੈਲਪ ਹੁੰਦੀ ਹੈ। ਪਹਿਲਾਂ ਆਪਾਂ ਬੱਚਿਆਂ ਲਈ ਐਕਸਟ੍ਰਿੰਸਿਕਲੀ ਮੋਟੀਵੇਟ ਕਰ ਸਕਦੇ ਹਾਂ। ਦਿਸ ਕੈਨ ਬੀ ਕਿ ਉਹਨਾਂ ਨੂੰ ਵਧੀਆ ਗ੍ਰੇਡਸ ਦੇ ਕੇ, ਪ੍ਰਾਈਜ਼ ਦੇ ਕੇ, ਸਟਾਰਸ ਦੇ ਕੇ, ਬਟ ਯੂ ਕੈਨ ਡੂ ਸੱਚ ਥਿੰਗਸ। ਉਹਦੇ ਨਾਲ ਕੀ ਹੈ ਕਿ ਬੱਚਿਆਂ ਦੇ ਵਿੱਚ ਇੱਕ ਮੋਟੀਵੇਸ਼ਨ ਹੋਏਗੀ ਐਂਡ ਦੇ ਵਿਲ ਵਰਕ ਹਾਰਡ ਇਨ ਯੋਰ ਕਲਾਸ। ਕਲਾਸਰੂਮ ਇਨਵਾਇਰਮੈਂਟ ਆਲਟਰ ਕਰ ਦਿਓ। ਜੇ ਤੁਸੀਂ ਦੇਖਿਆ ਹੋਵੇਗਾ ਤਾਂ ਜਿਹੜੇ ਛੋਟੇ ਸਕੂਲਸ ਹੈ, ਪ੍ਰਾਇਮਰੀ ਸਕੂਲਸ 'ਚ ਸਿਟਿੰਗ ਅਰੇਂਜਮੈਂਟ ਬਹੁਤ ਜਲਦੀ ਚੇਂਜ ਕੀਤਾ ਜਾਂਦਾ, ਸੋ ਦੈਟ ਕਲਾਸਰੂਮ ਬੋਰਿੰਗ ਨਾ ਹੋਵੇ। ਮੈਨੀ ਟਾਈਮਸ ਕੀ ਹੋ ਸਕਦਾ ਕਿ ਮੇਰੇ ਜਿਵੇਂ ਕਲਾਸ ਦੇ ਵਿੱਚ ਸਪੋਜ਼ ਡੈਸਕ ਹੈ, ਉਹ ਨਾਲ ਨਾਲ ਲਗਾਏ ਹੋਏ ਨੇ ਆਪਾਂ, ਰਾਈਟ। ਕਈ ਵਾਰ ਜਿਵੇਂ ਤੁਹਾਡੀ 8th ਸਮੈਸਟਰ ਦੀ ਕਲਾਸ ਵਿੱਚ ਲਗਾਏ ਹੋਏ ਨੇ। ਹੁਣ ਜਦੋਂ ਬੱਚਾ ਸਪੋਜ਼ ਇੱਥੋਂ ਐਂਟਰ ਕਰਦਾ ਹੈ, ਜੇ ਉਹਨੇ ਇੱਥੇ ਜਾ ਕੇ ਬੈਠਣਾ ਤਾਂ ਉਹਦੇ ਨਾਲ ਕੀ ਹੋਏਗਾ ਕਿ ਦ ਚਾਈਲਡ ਹੈ ਜਿਹੜਾ ਉਹ ਇੰਨੇ ਬੱਚਿਆਂ ਨੂੰ ਡਿਸਟਰਬ ਕਰਕੇ ਜਾਏਗਾ। ਸੋ ਇਟਸ ਬੈਟਰ ਕਿ ਅਸੀਂ ਸਿਟਿੰਗ ਅਰੇਂਜਮੈਂਟ ਨੂੰ ਚੇਂਜ ਕਰ ਦਈਏ ਸੋ ਦੈਟ ਡਿਸਟਰਬੈਂਸ ਹੈ ਜਿਹੜਾ ਉਹ ਆਪਣਾ ਕੱਟ ਜੇ। Next is child proofing. We will continue this in our next presentation. I hope ਇੱਥੇ ਤੱਕ ਤਾਂ ਤੁਹਾਨੂੰ ਸਾਰਾ points clear ਹੋ ਜਾਣਗੇ। ਆਪਾਂ ਛੋਟੀ ਛੋਟੀਆਂ presentations topic ਨੂੰ ਕਰਾਂਗੇ because otherwise it is a very long topic and ਉਹ 'ਚੋਂ ਤੁਹਾਡੇ ਲਈ boring ਵੀ ਹੋ ਜਾਏਗਾ, right? So I'll start with child proofing in the next presentation.